ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ। ਭਾਰਤ ਵਿੱਚ ਨੀਵੀਆਂ ਜਾਤਾਂ ਦੇ ਲੋਕ ਇਹ ਸਮਝਣ ਲੱਗ ਪਏ ਹਨ ਕਿ ਜਦੋਂ ਤੱਕ ਉਹ ਪਛੜੇ ਨਾ ਸਮਝੇ ਜਾਣ, ਉਹ ਅੱਗੇ ਨਹੀਂ ਜਾ ਸਕਦੇ। ਜੋ ਕੁਝ ਸਾਨੂੰ ਔਖੇ ਵਕਤ ਸਿਖਾਉਂਦੇ ਹਨ, ਉਹ ਕੁਝ ਕਿਸੇ ਹੋਰ ਢੰਗ ਨਾਲ ਸਿੱਖਣਾ ਸੰਭਵ ਨਹੀਂ ਹੁੰਦਾ। ਸੜਕ ਉੱਤੇ ਮੋੜ ਸੜਕ ਦਾ ਅੰਤ ਨਹੀਂ ਹੁੰਦਾ, ਨਵੇਂ ਰਸਤੇ ਦਾ ਆਰੰਭ ਹੁੰਦਾ ਹੈ। ਜਿਨ੍ਹਾਂ ਦੀ ਮਹੱਤਵਪੂਰਨ ਬਣਨ ਦੀ ਇੱਛਾ ਹੁੰਦੀ ਹੈ ਪਰ ਸਮਰੱਥਾ ਨਹੀਂ ਹੁੰਦੀ, ਉਹ ਆਪਣੇ ਤੋਂ ਕਮਜ਼ੋਰਾਂ ਤੇ ਰੋਹਬ ਪਾਉਣ ਲੱਗ ਪੈਂਦੇ ਹਨ। ਯਾਤਰਾ ਦਾ ਉਦੇਸ਼ ਮੁੜ ਜਵਾਨ ਹੋਣਾ, ਅਣਗਾਹੇ ਰਾਹ ਵਾਹੁਣਾ, ਆਪਣੇ ਆਪ ਨੂੰ ਭੁੱਲਣਾ, ਨਵੇਂ ਲੋਕਾਂ ਨੂੰ ਲੱਭਣਾ ਅਤੇ ਨਵੀਆਂ ਧਰਤੀਆਂ ਨੂੰ ਵੇਖਣਾ ਹੁੰਦਾ ਹੈ। ਜੇ ਸਿਆਣਪ ਨਾ ਹੋਵੇ ਤਾਂ ਵਕਤ ਅਤੇ ਵਸੀਲਿਆਂ ਦੀ ਦੁਰਵਰਤੋਂ ਹੀ ਹੋਵੇਗੀ। ਮਨੁੱਖ ਜੋ ਵੇਖਦਾ ਹੈ ਉਹ ਯਥਾਰਥ ਹੁੰਦਾ ਹੈ, ਜੋ ਸੋਚਦਾ ਹੈ ਉਹ ਕਲਪਨਾ ਹੁੰਦੀ ਹੈ। ਅਕਸਰ ਜ਼ਿੰਦਗੀ ਦੀਆਂ ਸਭ ਤੋਂ ਵੱਧ ਮਹੱਤਵਪੂਰਨ ਚੀਜ਼ਾਂ ਤਰਕ ਉੱਤੇ ਪੂਰੀਆਂ ਨਹੀਂ ਉਤਰਦੀਆਂ। ਸੁਪਨਾ ਬੰਦ ਅੱਖਾਂ ਵਾਲਾ ਯਥਾਰਥ ਹੁੰਦਾ ਹੈ, ਯਥਾਰਥ ਖੁੱਲ੍ਹੀਆਂ ਅੱਖਾਂ ਵਾਲਾ ਸੁਪਨਾ ਹੁੰਦਾ ਹੈ। ਇਤਿਹਾਸ ਪ੍ਰਸਿੱਧ ਬੰਦੇ ਉਪਜਾਉਂਦਾ ਹੈ, ਪਰ ਇਤਿਹਾਸ ਹੀ ਪ੍ਰਸਿੱਧ ਬੰਦਿਆਂ ਨੂੰ ਰੋਲ ਦਿੰਦਾ ਹੈ। ਇਤਿਹਾਸ ਪ੍ਰਸਿੱਧ ਬੰਦੇ ਉਪਜਾਉਂਦਾ ਹੈ, ਪਰ ਇਤਿਹਾਸ ਹੀ ਪ੍ਰਸਿੱਧ ਬੰਦਿਆਂ ਨੂੰ ਰੋਲ ਦਿੰਦਾ ਹੈ। ਜਦੋਂ ਪੁਰਸ਼ ਕਿਸੇ ਇਸਤਰੀ ਨੂੰ ਸੋਹਣੀ ਕਹਿੰਦਾ ਹੈ ਤਾਂ ਉਹ ਇਸਤਰੀ ਬਾਰੇ ਨਹੀਂ, ਆਪਣੇ ਮਨ ਦੀ ਹਾਲਤ ਬਾਰੇ ਦੱਸ ਰਿਹਾ ਹੁੰਦਾ ਹੈ। ਹਰ ਚੀਜ਼ ਦਾ ਧਿਆਨ ਰੱਖ ਕੇ ਜੀਵਨ ਨਹੀਂ ਜੀਵਿਆ ਜਾ ਸਕਦਾ। ਹਰ ਚੀਜ਼ ਵੱਲੋਂ ਬੇਧਿਆਨੇ ਹੋ ਕੇ ਵੀ ਜੀਵਨ ਨਹੀਂ ਜੀਇਆ ਜਾ ਸਕਦਾ। ਮੁਸੀਬਤ ਵੇਲੇ ਰੱਬ ਕਿਸ ਅੱਗੇ ਅਰਦਾਸ ਕਰਦਾ ਹੋਵੇਗਾ। ਸੁੰਦਰਤਾ ਉਹ ਹੈ ਜਿਸ ਨੂੰ ਵੇਖ ਕੇ ਸੁਨੇਹਾ ਦੇਣ ਆਇਆ ਬੰਦਾ ਸੁਨੇਹਾ ਭੁੱਲ ਜਾਵੇ। ਮਹੱਤਵਪੂਰਨ ਇਹ ਨਹੀਂ ਕਿ ਅਸੀਂ ਕਿਹੜੀ ਭਾਸ਼ਾ ਬੋਲਦੇ ਹਾਂ, ਮਹੱਤਵਪੂਰਨ ਇਹ ਹੈ ਕਿ ਅਸੀਂ ਬੋਲਦੇ ਕੀ ਹਾਂ। ਜਦੋਂ ਤੱਕ ਸਾਡੀ ਸੋਚ ਸਵੱਛ ਨਹੀਂ ਹੁੰਦੀ, ਸਾਡੇ ਆਲੇ ਦੁਆਲੇ ਗੰਦ ਹੀ ਰਹੇਗਾ। ਸੰਸਾਰ ਵਿੱਚ ਕੋਈ ਵੀ ਅਜਿਹਾ ਨਹੀਂ ਜਿਸ ਦੀ ਕੇਵਲ ਪ੍ਰਸ਼ੰਸਾ ਜਾਂ ਕੇਵਲ ਨਿੰਦਾ ਹੀ ਹੋਈ ਹੋਵੇ। ਸਾਡਾ ਦ੍ਰਿਸ਼ਟੀਕੋਣ ਸੰਤੁਲਿਤ ਨਾ ਹੋਣ ਕਾਰਨ ਜਾਂ ਅਸੀਂ ਜੀਵਨ ਵੇਖਦੇ ਹਾਂ ਜਾਂ ਮੌਤ, ਦੋਹਾਂ ਨੂੰ ਨਹੀਂ ਵੇਖਦੇ। ਜਿਹੜਾ ਬਦਕਿਸਮਤੀ ਵਿੱਚ ਵੀ ਚੱਲਦਾ ਰਹਿੰਦਾ ਹੈ, ਉਸ ਨੂੰ ਅੱਗੋਂ ਕਿਸਮਤ ਉਡੀਕ ਰਹੀ ਹੁੰਦੀ ਹੈ। ਹਰੇਕ ਸਾਹ ਵਿੱਚ ਜੀਵਨ ਅਤੇ ਮੌਤ ਦੋਵੇਂ ਹਨ। ਸਾਹ ਅੰਦਰ ਜਾਂਦਾ ਹੈ, ਜੀਵਨ ਹੈ। ਸਾਹ ਬਾਹਰ ਜਾਂਦਾ ਹੈ, ਮੌਤ ਹੈ। ਭਾਰਤ ਦੇ ਸ਼ਹਿਰ ਦੱਸਦੇ ਹਨ ਕਿ ਸ਼ਹਿਰ ਕਿਹੋ ਜਿਹੇ ਨਹੀਂ ਹੋਣੇ ਚਾਹੀਦੇ। ਕਿਸਮਤ ਉਹਨਾਂ ਤੇ ਮਿਹਰਬਾਨ ਹੁੰਦੀ ਹੈ ਜਿਹੜੇ ਇਸ ਤੇ ਨਿਰਭਰ ਨਹੀਂ ਕਰਦੇ। ਭੈੜੇ ਬੰਦੇ ਸਾਨੂੰ ਸਿਖਾਉਂਦੇ ਹਨ ਕਿ ਅਸੀਂ ਕਿਹੋ ਜਿਹਾ ਵਿਹਾਰ ਨਹੀਂ ਕਰਨਾ। ਜਦੋਂ ਸਾਡੀ ਸੋਚ ਸਿੱਧੀ ਹੋ ਗਈ ਤਾਂ ਸਾਡੀਆਂ ਗਲੀਆਂ ਅਤੇ ਸੜਕਾਂ ਵੀ ਸਿੱਧੀਆਂ ਹੋ ਜਾਣਗੀਆਂ। ਜਦੋਂ ਤੁਸੀਂ ਦੂਜਿਆਂ ਨਾਲੋਂ ਵੱਧ ਅਕਲ ਨਾਲ ਕਾਰਜ ਕਰੋਗੇ ਤਾਂ ਲੋਕ ਕਹਿਣਗੇ ਤੁਸੀਂ ਕਿਸਮਤ ਵਾਲੇ ਹੋ। ਮੁਫ਼ਤ ਮਿਲੀਆਂ ਚੀਜ਼ਾਂ ਤੋਲੀਆਂ ਨਹੀਂ ਜਾਂਦੀਆਂ। ਕੇਵਲ ਮਿਹਨਤ ਹੀ ਸਫਲ ਨਹੀਂ ਬਣਾਏਗੀ। ਉਤਸ਼ਾਹ, ਆਪਣੇ ਆਪ ਵਿੱਚ ਭਰੋਸਾ ਅਤੇ ਸੁਹਿਰਦਤਾ ਮਿਹਨਤ ਨਾਲੋਂ ਵੀ ਵਡੇਰੇ ਗੁਣ ਹਨ। ਕਿਸਮਤ ਅਤੇ ਪ੍ਰਾਰਥਨਾਵਾਂ ਕਿਸੇ ਕੌਮ ਦੀ ਰੱਖਿਆ ਨਹੀਂ ਕਰ ਸਕਦੀਆਂ। ਦੇਸ਼ ਕੋਈ ਹੋਵੇ, ਆਰਥਿਕ ਇਨਕਲਾਬ ਨਿਰਯਾਤ ਤੋਂ ਬਿਨਾਂ ਨਹੀਂ ਵਾਪਰਦਾ। ਭਾਰਤ ਬਾਰੇ ਜੋ ਵੀ ਕਿਹਾ ਜਾਵੇ, ਉਸ ਦਾ ਉਲਟ ਵੀ ਉਤਨਾ ਹੀ ਸਹੀ ਹੁੰਦਾ ਹੈ।
ਆਤਮਾ ਕੁਝ ਕਰਨ ਲਈ ਨਹੀਂ ਕਹਿੰਦੀ, ਸ਼ਾਂਤ ਹੋਣ ਲਈ ਕਹਿੰਦੀ ਹੈ। ਗੁੱਸੇ ਦੌਰਾਨ ਜੇ ਆਪਣੇ ਭਾਵ ਲਿਖ ਸਕੋ ਤਾਂ ਲਿਖਣ ਤੇ ਆਪਣੇ ਬਾਰੇ ਭੁਲੇਖੇ ਦੂਰ ਹੋ ਜਾਣ ਕਾਰਨ ਤੁਸੀਂ ਗੁੱਸੇ ਨਹੀਂ ਰਹਿ ਸਕੋਗੇ। ਨਵੇਂ ਪਤੀ ਪਤਨੀ ਵਿਚਕਾਰ ਝਗੜਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਉਹ ਇੱਕ ਦੂਜੇ ਨੂੰ 25 ਸਾਲ ਪੁਰਾਣੀਆਂ ਆਦਤਾਂ ਰਾਤੋਂ ਰਾਤ ਤਿਆਗਣ ਲਈ ਕਹਿੰਦੇ ਹਨ। ਵੱਡਾ ਕਵੀ ਆਪਣੀਆਂ ਕਵਿਤਾਵਾਂ ਵਿੱਚ ਜ਼ੁਬਾਨ ਦੇ ਖਜ਼ਾਨੇ ਭਰ ਦਿੰਦਾ ਹੈ। ਕਵਿਤਾ ਤੱਤੇ ਘਾਓ ਲਿਖੀ ਜਾਂਦੀ ਹੈ। ਵਾਰਤਕ ਲਿਖਣ ਲਈ ਦਿਲ, ਨਿੱਘਾ ਅਤੇ ਜਜ਼ਬੇ ਠੰਡੇ ਕਰਨੇ ਪੈਂਦੇ ਹਨ। ਕਿਸੇ ਬਿਮਾਰੀ ਦਾ ਕਾਰਨ ਲੱਭ ਪੈਣ ਨਾਲ ਉਸ ਦਾ ਇਲਾਜ ਆਰੰਭ ਹੋ ਜਾਂਦਾ ਹੈ। ਯੋਗ ਵਿਗਿਆਨ ਕਹਿੰਦਾ ਹੈ, ਦਰਖਤ ਵਾਂਗ ਖਲੋਵੋ, ਟੱਲੀ ਵਾਂਗ ਬੈਠੋ, ਕਮਾਨ ਵਾਂਗ ਲੇਟੋ ਅਤੇ ਹਵਾ ਵਾਂਗ ਚੱਲੋ। ਜਿਉਂ-ਜਿਉਂ ਕੋਈ ਪ੍ਰਸਿੱਧ ਹੁੰਦਾ ਜਾਂਦਾ ਹੈ, ਉਸ ਦਾ ਨਾਂ ਅਤੇ ਸਰਨਾਮਾ ਸੰਖੇਪ ਹੁੰਦੇ ਜਾਂਦੇ ਹਨ। ਚੱਲਣਾ, ਖਲੋਣਾ, ਬੈਠਣਾ ਅਤੇ ਲੇਟਣਾ ਤੰਦਰੁਸਤ ਸਰੀਰ ਦੀਆਂ 4 ਪੱਕੀਆਂ ਹਾਲਤਾਂ ਹੁੰਦੀਆਂ ਹਨ। ਕਿਸੇ ਇੱਕ ਦੇ ਵਿਗੜਨ ਨਾਲ ਸਾਰਾ ਸਰੀਰ ਪਰੇਸ਼ਾਨ ਹੁੰਦਾ ਹੈ। ਵਿਕਾਸ ਇਕਾਗਰ ਮਨ ਹੀ ਕਰਦਾ ਹੈ। ਖਿੰਡਿਆ ਹੋਇਆ ਮਨ ਸ਼ਕਤੀ ਨੂੰ ਅਜਾਈਂ ਗਵਾਉਂਦਾ ਹੈ। ਸਕੂਟਰ ਜਾਂ ਮੋਟਰਸਾਈਕਲ ਉੱਤੇ ਬੈਠੇ 3 ਸਵਾਰ ਅਕਸਰ ਮੁਸੀਬਤ ਦਾ ਸਾਹਮਣਾ ਕਰਨ ਜਾਂ ਮੁਸੀਬਤ ਉਪਜਾਉਣ ਜਾ ਰਹੇ ਹੁੰਦੇ ਹਨ। ਇੱਛਾਵਾਂ ਤੋਂ ਮੁਕਤ ਹੋਣ ਦਾ ਯਤਨ ਹਰ ਕੋਈ ਕਰਦਾ ਹੈ। ਜਿਹੜਾ ਸਫਲ ਹੋ ਜਾਂਦਾ ਹੈ ਉਸ ਨੂੰ ਬੁੱਧ ਕਹਿੰਦੇ ਹਨ। ਇਸਤਰੀ ਪੁਰਸ਼ ਤੋਂ ਪ੍ਰਭਾਵਿਤ ਨਹੀਂ ਹੁੰਦੀ, ਉਹ ਪੁਰਸ਼ ਨੂੰ ਪ੍ਰਭਾਵਿਤ ਕਰਨ ਦੀ ਆਪਣੀ ਯੋਗਤਾ ਤੋਂ ਪ੍ਰਭਾਵਿਤ ਹੁੰਦੀ ਹੈ। ਵਿਚਾਰ ਬਦਲਣ ਨਾਲ ਮਨ ਦੇ ਗੁਣ ਅਤੇ ਸਰੀਰ ਦੇ ਲੱਛਣ ਬਦਲ ਜਾਂਦੇ ਹਨ। ਸਭ ਤੋਂ ਡੂੰਘੀ ਅਤੇ ਵਿਆਪਕ ਕਿਰਿਆ ਸੰਭੋਗ ਦੀ ਕਿਰਿਆ ਹੁੰਦੀ ਹੈ। ਭਾਰਤ ਵਿੱਚ ਧਰਮ, ਸਿਨੇਮਾ ਅਤੇ ਕ੍ਰਿਕਟ ਯਥਾਰਥ ਤੋਂ ਬਚਣ ਦੇ ਉਪਰਾਲੇ ਹਨ। ਆਪਣੇ ਗਲਤ ਕੰਮਾਂ ਨੂੰ ਤਜਰਬਾ ਮੰਨ ਕੇ ਪਛਤਾਵੇ ਤੋਂ ਬਚਿਆ ਜਾ ਸਕਦਾ ਹੈ। ਸੰਭੋਗ ਵਿੱਚ ਕੁਦਰਤ ਦੇ ਡੂੰਘੇ ਰਹੱਸ ਦਾ ਵਿਸਮਾਦੀ ਲਿਸ਼ਕਾਰਾ ਹੁੰਦਾ ਹੈ। ਪ੍ਰੇਮੀ ਇੱਕ ਦੂਜੇ ਲਈ ਸੱਜਾ ਖੱਬਾ ਹੱਥ ਬਣ ਜਾਂਦੇ ਹਨ। ਇਸਤਰੀਆਂ ਦੀ ਦਿਲਚਸਪੀ ਪੁਰਸ਼ਾਂ ਨਾਲੋਂ ਵਧੇਰੇ ਬੱਚਿਆਂ ਵਿੱਚ ਹੁੰਦੀ ਹੈ। ਪ੍ਰਸਿੱਧੀ ਮਨੁੱਖ ਨੂੰ ਅੱਗੇ ਲੈ ਜਾਂਦੀ ਹੈ ਅਤੇ ਅਗਲੇਰਾ ਰਾਹ ਖੋਲ੍ਹ ਦਿੰਦੀ ਹੈ, ਜਦੋਂ ਕਿ ਬਦਨਾਮੀ ਬੰਦੇ ਨੂੰ ਪਛਾੜ ਕੇ ਅਗਲੇਰਾ ਰਾਹ ਬੰਦ ਕਰ ਦਿੰਦੀ ਹੈ। ਸੰਭੋਗ ਵਿੱਚ ਦੂਜੇ ਨੂੰ ਗੁਲਾਮ ਬਣਾ ਕੇ ਵਰਤਣ ਦਾ ਯਤਨ ਨਫ਼ਰਤ ਹੀ ਉਪਜਾਏਗਾ। ਧੰਨਵਾਦ ਉਦੋਂ ਹੀ ਉਪਜੇਗਾ ਜਦੋਂ ਦੂਜੇ ਨੂੰ ਹਮਸਫ਼ਰ ਹੋਣ ਦੀ ਦਾਵਤ ਦਿੱਤੀ ਜਾਵੇਗੀ। ਇਵੇਂ ਸਹਿਯੋਗ ਦਿਓ ਜਿਵੇਂ ਸੱਜਾ ਹੱਥ ਖੱਬੇ ਨੂੰ ਦਿੰਦਾ ਹੈ। ਬੱਚੇ ਹਮੇਸ਼ਾ 4 ਕਾਰਨਾਂ ਕਰਕੇ ਝੂਠ ਬੋਲਦੇ ਹਨ: ਸਜ਼ਾ ਤੋਂ ਬਚਣ ਲਈ, ਗੁੱਸੇ ਨੂੰ ਟਾਲਣ ਲਈ, ਕਿਸੇ ਗਲਤੀ ਨੂੰ ਛੁਪਾਉਣ ਲਈ ਅਤੇ ਝੂਠ ਸੱਚ ਵਿੱਚ ਅੰਤਰ ਨਾ ਜਾਣਨ ਕਰਕੇ। ਖਰਚਣ ਦਾ ਮਨੋਰੰਜਨ ਕਮਾਉਣ ਦੀ ਤਾਕਤ ਵਿੱਚੋਂ ਉਪਜਦਾ ਹੈ। ਕਿਸੇ ਵੀ ਵੱਡੇ ਸਫਲ ਅਫਸਰ ਪਿੱਛੇ ਇੱਕ ਸਿਆਣਾ, ਸੁਹਿਰਦ ਅਤੇ ਮਿਹਨਤੀ ਨਿੱਜੀ ਸਕੱਤਰ ਖਲੋਤਾ ਹੁੰਦਾ ਹੈ। ਕਮਾਉਣ ਵਿੱਚ ਅਕਲ ਵਰਤੀ ਜਾਂਦੀ ਹੈ, ਖਰਚਣ ਵਿੱਚ ਸੁਤੰਤਰਤਾ ਮਾਣੀ ਜਾਂਦੀ ਹੈ। ਜੇ ਰਾਜਨੀਤੀ ਦੀ ਪੱਧਰ ਉੱਚੀ ਹੋਵੇ ਤਾਂ ਪੱਤਰਕਾਰੀ ਦੀ ਪੱਧਰ ਵੀ ਉੱਚੀ ਹੋ ਜਾਂਦੀ ਹੈ। 40 ਸਾਲ ਦੀ ਉਮਰ ਵਿੱਚ ਹਰ ਕਿਸੇ ਨੂੰ ਖਿਆਲ ਆਉਂਦਾ ਹੈ, ਮੇਰੀ ਜ਼ਿੰਦਗੀ ਕਿੱਧਰ ਜਾ ਰਹੀ ਹੈ। ਦੂਜੇ ਜਾਂ ਤੀਜੇ ਵਿਆਹ ਦੀ ਸੁਹਾਗਰਾਤ ਵਿੱਚ ਪਤੀ ਪਤਨੀ ਨੂੰ ਸ਼ਰਮਾਉਣ ਦੀ ਸਹੂਲਤ ਨਹੀਂ ਹੁੰਦੀ। ਸਹੀ ਅਰਥਾਂ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਉਦੋਂ ਪੈਂਦਾ ਹੈ ਜਦੋਂ ਕਿਸੇ ਦੇ ਬਚਪਨ ਵਿੱਚ ਉਸ ਦੀ ਮਾਂ ਮਰ ਜਾਵੇ। ਜੇ ਵਿਸ਼ਵਾਸ ਨਹੀਂ ਕਿ ਸਾਡੇ ਬਿਨਾਂ ਵੀ ਸੰਸਾਰ ਚੱਲਦਾ ਰਹੇਗਾ ਤਾਂ ਅਖਬਾਰ ਵਿੱਚੋਂ ਬਰਸੀਆਂ ਵਾਲੇ ਇਸ਼ਤਿਹਾਰ ਪੜ੍ਹ ਕੇ ਵੇਖ ਲਓ।
ਮਹਾਨ ਉਹ ਹੁੰਦਾ ਹੈ ਜਿਸ ਦਾ ਨਾਂ ਸੰਸਾਰ ਦੇ ਸਿਆਣੇ ਬੰਦੇ ਵੀ ਸਤਿਕਾਰ ਅਤੇ ਮਾਣ ਨਾਲ ਉਚਾਰਦੇ ਹਨ। ਮਨੁੱਖ ਦੀਆਂ ਅਰਦਾਸਾਂ ਸੁਣ ਕੇ ਪ੍ਰਮਾਤਮਾ ਹੱਸਦਾ ਹੀ ਹੋਵੇਗਾ। ਅਸੂਲ ਨਿੱਜੀ ਹੁੰਦੇ ਹਨ। ਜੇ ਕਿਸੇ ਦੇ ਅਸੂਲ ਤੁਹਾਨੂੰ ਪਸੰਦ ਨਹੀਂ ਤਾਂ ਦੱਸੋ ਕਿ ਉਸਦੇ ਕੀ ਅਸੂਲ ਹੋਣ, ਪਰ ਉਹ ਤੁਹਾਡੇ ਅਸੂਲ ਨਹੀਂ ਹੋਣੇ ਚਾਹੀਦੇ। ਕਿਸੇ ਵੱਡੇ ਦਰਖਤ ਥੱਲੇ ਇਕੱਲਿਆਂ ਸ਼ਾਂਤ ਹੋ ਕੇ ਬੈਠਣ ਨਾਲ ਮਨ ਦੀਆਂ ਗੁੰਝਲਾਂ ਸੁਲਝਣ ਲੱਗ ਪੈਂਦੀਆਂ ਹਨ। ਪਰਮਾਤਮਾ ਆਪਣਾ ਪਿਤਾ ਵਾਰਨ ਵਾਲੇ ਦਾ ਆਪ ਰਖਵਾਲਾ ਬਣ ਜਾਂਦਾ ਹੈ ਅਤੇ 4 ਪੁੱਤਰ ਵਾਰਨ ਵਾਲੇ ਨੂੰ ਲੱਖਾਂ ਪੁੱਤਰ ਦੇ ਦਿੰਦਾ ਹੈ। ਜੇ ਉਦਾਸ ਹੋ ਤਾਂ ਵਹਿੰਦੇ ਪਾਣੀ ਦੇ ਕਿਨਾਰੇ ਚੁੱਪ ਹੋ ਕੇ ਬੈਠੋ। ਪਾਣੀ ਦੇ ਬਹਾਓ ਵਿੱਚ ਤੁਹਾਡੀ ਉਦਾਸੀ ਵਹਿ ਜਾਵੇਗੀ। ਪਰਮਾਤਮਾ ਆਪਣੀਆਂ ਦਾਤਾਂ ਮੰਗਤਿਆਂ ਨੂੰ ਨਹੀਂ ਦਿੰਦਾ, ਦਾਤਿਆਂ ਨੂੰ ਦਿੰਦਾ ਹੈ। ਹਮਦਰਦੀ ਵਾਲੇ ਬਾਗ ਛੋਟੇ ਹੁੰਦੇ ਹਨ, ਪਰ ਉਹਨਾਂ ਦਾ ਅਸਰ ਵੱਡਾ ਹੁੰਦਾ ਹੈ। ਮਹੱਤਵਪੂਰਨ ਵਿਅਕਤੀ ਜਿੱਥੇ ਮਰਜ਼ੀ ਬਹਿਣ, ਉਹ ਮਹੱਤਵਪੂਰਨ ਹੀ ਰਹਿੰਦੇ ਹਨ। ਨਿਕੰਮੇ ਭਾਵੇਂ ਸਿਖਰ ਤੇ ਬਹਿ ਜਾਣ, ਉਹ ਮਹੱਤਵਪੂਰਨ ਨਹੀਂ ਬਣਦੇ। ਸੱਚਾ ਗਿਆਨ ਮਨੁੱਖ ਨੂੰ ਮਾਇਆ ਤੋਂ ਉਪਰਾਮ ਕਰ ਦਿੰਦਾ ਹੈ। ਜੇ ਪੁਸਤਕ ਚੰਗੀ ਹੋਵੇ ਤਾਂ ਉਹ ਸਾਡੇ ਸਮੂਚ ਉੱਤੇ ਛਾ ਜਾਂਦੀ ਹੈ। ਵਪਾਰ ਵਿੱਚ ਨੇਮ ਜਾਂ ਸਿਧਾਂਤ ਨਹੀਂ, ਤਜਰਬਾ ਕੰਮ ਆਉਂਦਾ ਹੈ। ਰੁਪਏ ਪੈਸਿਆਂ ਦਾ ਸਿਆਣਪ ਨਾਲ ਹਿਸਾਬ ਰੱਖਣ ਵਾਲੇ ਅਨੇਕਾਂ ਮਿਲ ਜਾਣਗੇ, ਪਰ ਘੰਟਿਆਂ ਦਿਨਾਂ ਦਾ ਹਿਸਾਬ ਰੱਖਣਾ ਉਹ ਵੀ ਨਹੀਂ ਜਾਣਦੇ। ਜੇ ਸਫਲ ਹੋਵੋਗੇ ਤਾਂ ਝੂਠੇ ਦੋਸਤ ਅਤੇ ਸੱਚੇ ਦੁਸ਼ਮਣ ਖੁੰਭਾਂ ਵਾਂਗ ਪੈਦਾ ਹੋਣਗੇ। ਜੇ ਮੁਸ਼ਕਿਲਾਂ ਅਨੇਕਾਂ ਹੋਣ ਤਾਂ ਇੱਕ ਇੱਕ ਨੂੰ ਹੱਥ ਪਾਓ, ਤੁਸੀਂ ਬੜੀ ਜਲਦੀ ਵਿਹਲੇ ਹੋ ਜਾਓਗੇ। ਐਸੀ ਹੀ ਦੁਖੀ ਨਹੀਂ, ਲੱਖਾਂ ਕਰੋੜਾਂ ਸਾਡੇ ਨਾਲੋਂ ਵੀ ਵੱਧ ਦੁਖੀ ਹਨ। ਜ਼ਿੰਦਗੀ ਵਿੱਚ ਮਨੁੱਖ ਜਿਤਨਾ ਕੋ ਪਿਆਰ ਕਰ ਲੈਂਦਾ ਹੈ, ਉਤਨਾ ਕੋ ਉਹ ਜੀ ਲੈਂਦਾ ਹੈ। ਗਰੀਬੀ ਦਾ ਮਾੜਾ ਪੱਖ ਇਹ ਹੈ ਕਿ ਮਾਇਕ ਜੱਦੋ-ਜਹਿਦ ਆਤਮਕ ਜੱਦੋ-ਜਹਿਦ ਨੂੰ ਕੁਚਲ ਦਿੰਦੀ ਹੈ। ਮਨੁੱਖ ਕੁਦਰਤ ਦੇ ਗਿਆਨ ਦੀ ਪੁਸ਼ਟੀ ਵਾਹ ਕਹਿ ਕੇ ਕਰਦਾ ਹੈ। ਇਸਤਰੀ ਦਾ ਸਾਰਾ ਪਿਆਰ ਅਗਲੇਰੀ ਪੀੜ੍ਹੀ ਦੀ ਉਤਪਤੀ ਲਈ ਹੁੰਦਾ ਹੈ, ਬਾਕੀ ਸਾਰੇ ਪਿਆਰ ਇਸ ਪਿਆਰ ਲਈ ਵਸੀਲੇ ਹੀ ਹੁੰਦੇ ਹਨ। ਜਿਉਂ-ਜਿਉਂ ਮਨੁੱਖ ਵਿਸ਼ਲੇਸ਼ਣ ਕਰਦਾ ਗਿਆ ਹੈ, ਉਸ ਦਾ ਸਹਿਜ ਅਨੁਭਵ ਅਤੇ ਮਨ ਦਾ ਸਕੂਨ ਗੁਆਚਦਾ ਗਿਆ ਹੈ। ਰਾਜਨੀਤੀ ਅਤੇ ਵਪਾਰ ਵਿੱਚ ਹਾਰਿਆ ਹੋਇਆ ਵੀ ਅਤੇ ਜਿੱਤਿਆ ਹੋਇਆ ਵੀ ਹਰ ਕੋਈ ਸ਼ਾਂਤੀ ਦੀ ਤਲਾਸ਼ ਵਿੱਚ ਭਟਕ ਰਿਹਾ ਹੈ। ਸਾਡੇ ਅੰਦਰ ਦੀ ਆਵਾਜ਼ ਸਭ ਤੋਂ ਸਿਆਣੀ ਆਵਾਜ਼ ਹੁੰਦੀ ਹੈ। ਵਸਦੇ ਘਰਾਂ ਵਿੱਚ ਮਾਵਾਂ ਭੈਣਾਂ ਬੱਚਿਆਂ ਦੇ ਬਹਾਨੇ ਕੜਾਹੀ ਵਿੱਚ ਜ਼ਿੰਦਗੀ ਦੀਆਂ ਖੁਸ਼ੀਆਂ ਦੇ ਪੂੜੇ ਅਤੇ ਪਕੌੜੇ ਤਲਦੀਆਂ ਰਹਿੰਦੀਆਂ ਹਨ। ਕਦੀ ਵੀ ਇੱਕ ਗਲਤੀ ਦੁਬਾਰਾ ਨਾ ਕਰੋ। ਕਰਨ ਲਈ ਲੱਖਾਂ ਕਰੋੜਾਂ ਗਲਤੀਆਂ ਹਨ। ਹਰ ਰੋਜ਼ ਨਵੀਂ ਗਲਤੀ ਕਰੋ, ਜਲਦੀ ਸਿਆਣੇ ਬਣ ਜਾਵੋਗੇ। ਵਿਦਵਾਨਾਂ ਨੂੰ ਬੰਦਿਆਂ ਦੇ ਮੁਕਾਬਲੇ ਕਿਤਾਬਾਂ ਦਾ ਸਾਥ ਸੁਖਾਵਾਂ ਲੱਗਦਾ ਹੈ। ਮਾਪਿਆਂ ਦੇ ਅਕਾਲ ਚਲਾਣੇ ਨਾਲ ਪੁੱਤਰਾਂ ਨੂੰ ਘਰ ਖੁੱਲ੍ਹਾ ਅਤੇ ਧੀਆਂ ਨੂੰ ਘਰ ਖਾਲੀ ਲੱਗਦਾ ਹੈ। ਜਾਇਦਾਦ ਦਾ ਕੋਈ ਰੂਹਾਨੀ ਪੱਖ ਨਹੀਂ ਹੁੰਦਾ। ਸਹਿਜ ਉਸ ਹਾਲਤ ਨੂੰ ਕਹਿੰਦੇ ਹਨ ਜਿਸ ਵਿੱਚ ਸਾਰੇ ਵਿਰੋਧ ਇੱਕ ਸੁਰ ਹੋ ਜਾਣ। ਪਿੰਡ ਵਿੱਚ ਇੱਜ਼ਤ ਅਕਲ ਦੀ ਨਹੀਂ, ਜ਼ਮੀਨ ਦੀ ਹੁੰਦੀ ਹੈ। ਗੁਸੈਲ ਬੰਦੇ ਵਧੇਰੇ ਖਾਂਦੇ ਹਨ, ਉਹ ਖਾਂਦੇ ਨਹੀਂ, ਭੋਜਨ ਨੂੰ ਤਬਾਹ ਕਰਦੇ ਹਨ। ਇਸਤਰੀਆਂ ਪੁਰਸ਼ਾਂ ਦੇ ਬਰਾਬਰ ਹੋਣ ਦਾ ਯਤਨ ਇਸ ਭਰਮ ਅਧੀਨ ਕਰ ਰਹੀਆਂ ਹਨ ਕਿ ਸਫਲ ਹੋਣ ਲਈ ਪੁਰਸ਼ ਹੋਣਾ ਜ਼ਰੂਰੀ ਹੈ। ਜਿਹੜੇ ਬੱਚੇ ਘਰੋਂ ਦੌੜ ਜਾਂਦੇ ਹਨ, ਉਹ ਅਸਲ ਵਿੱਚ ਆਪਣੇ ਮਾਪਿਆਂ ਨੂੰ ਲੱਭਣ ਜਾਂਦੇ ਹਨ। ਦਾਦੀ ਅਤੇ ਪੋਤਾ, ਨਾਨਾ ਅਤੇ ਦੋਹਤੀ ਸੁਭਾਵਕ ਜੋਟੀਦਾਰ ਹੁੰਦੇ ਹਨ।
ਮਨੁੱਖ ਨੁਕਸਾਨ ਨੂੰ ਭੁੱਲ ਜਾਂਦਾ ਹੈ, ਪਰ ਹੋਈ ਬੇਇੱਜ਼ਤੀ ਨੂੰ ਸਦਾ ਯਾਦ ਰੱਖਦਾ ਹੈ। ਅਗਿਆਨਤਾ ਅਗਿਆਨਤਾ ਹੈ, ਇਸ ਨੂੰ ਕਿਸੇ ਹੋਰ ਨਾਂ ਨਾਲ ਨਹੀਂ ਬੁਲਾਇਆ ਜਾ ਸਕਦਾ। ਜੇ ਚੇਤਾਵਨੀ ਅਸਰ ਨਹੀਂ ਕਰਦੀ ਤਾਂ ਬੇਨਤੀ ਵੀ ਨਹੀਂ ਕਰੇਗੀ। ਜੇ ਜ਼ਿੰਦਗੀ ਵਫਾ ਕਰੇ ਤਾਂ ਹਰੇਕ ਨਾਲ ਸਭ ਕੁਝ ਵਾਪਰਦਾ ਹੈ। ਭਾਰਤ ਵਿੱਚ ਪੁਰਾਣਾ ਸੱਭਿਆਚਾਰ ਗਵਾਏ ਬਿਨਾਂ ਵੀ ਨਵੀਆਂ ਗੱਲਾਂ ਅਪਣਾਉਣ ਦੀ ਅਥਾਹ ਸਮਰੱਥਾ ਹੈ। ਬਦਲਾ ਲੈਣਾ ਉਵੇਂ ਹੀ ਹੈ ਜਿਵੇਂ ਕੋਈ ਕੁੱਤੇ ਨੂੰ ਇਸ ਲਈ ਕੱਟੇ ਕਿਉਂਕਿ ਕਿਸੇ ਵੇਲੇ ਕੁੱਤੇ ਨੇ ਉਸਨੂੰ ਕੱਟਿਆ ਸੀ। ਕਈ ਅਗਾਂਹ ਵਾਧੂ ਬਣ ਕੇ ਦੇਸ਼ ਲਈ ਵੱਡੀ ਰੁਕਾਵਟ ਬਣ ਜਾਂਦੇ ਹਨ। ਹਰ ਕਿਸੇ ਨੂੰ ਬੱਚੇ ਅਤੇ ਬਜ਼ੁਰਗ ਚੰਗੇ ਲੱਗਦੇ ਹਨ, ਪਰ ਸਮੱਸਿਆ ਵਿਚਕਾਰਲਿਆਂ ਦੇ ਚੰਗੇ ਲੱਗਣ ਦੀ ਹੈ। ਡਾਲਰ, ਅੰਗਰੇਜ਼ੀ ਅਤੇ ਕੰਪਿਊਟਰ ਅਜੋਕੇ ਸੰਸਾਰ ਵਿੱਚ ਸਫਲਤਾ ਦੇ ਸਾਧਨ ਹਨ। ਚੰਗੀ ਜ਼ਿੰਦਗੀ ਦਾ ਉਦੇਸ਼ ਸਿਆਣਪ ਨਾਲ ਜਿਉਣਾ ਅਤੇ ਪ੍ਰਸੰਨ ਹੋ ਕੇ ਮਰਨਾ ਹੁੰਦਾ ਹੈ। ਮਨੁੱਖ ਆਪਣੇ ਬੱਚਿਆਂ ਰਾਹੀਂ ਦੂਜਿਆਂ ਨਾਲ ਮੁਕਾਬਲਾ ਕਰਦਾ ਰਹਿੰਦਾ ਹੈ। ਜਦੋਂ ਪ੍ਰੇਮਿਕਾ ਕਿਸੇ ਹੋਰ ਪੁਰਸ਼ ਨੂੰ ਸੋਹਣਾ ਅਤੇ ਸਿਆਣਾ ਕਹੇ ਤਾਂ ਪ੍ਰੇਮੀ ਥੱਕਾ ਟੁੱਟਾ ਨਜ਼ਰ ਆਉਣ ਲੱਗ ਪੈਂਦਾ ਹੈ। ਵਿਦਵਾਨ ਉਹ ਹੁੰਦਾ ਹੈ ਜਿਸ ਨੂੰ ਸੁਣ ਕੇ ਗਿਆਨ ਦੀ ਭੁੱਖ ਮਿਟੇ ਨਾ, ਸਗੋਂ ਜਾਗੇ ਅਤੇ ਵੱਧ ਜਾਵੇ। ਦੁਖਦਾਈ ਖਬਰ ਕਿਵੇਂ, ਕਦੋਂ, ਕਿਸ ਨੂੰ, ਕਿੰਨਾ ਸ਼ਬਦਾਂ ਨਾਲ ਦਿੰਦੇ ਹੋ, ਇਸ ਵਿੱਚੋਂ ਤੁਹਾਡੀ ਸ਼ਖਸੀਅਤ ਦੀ ਪਰਖ ਹੋਵੇਗੀ। ਸਮੇਂ ਦੀ ਪਾਬੰਦੀ ਤੋਂ ਬਿਨਾਂ ਕੋਈ ਮਨੁੱਖ ਕਿਸੇ ਲਈ ਲਾਭਕਾਰੀ ਨਹੀਂ ਹੋ ਸਕਦਾ। ਜੇ ਝਗੜਾ ਹੋ ਜਾਵੇ ਤਾਂ ਕੋਈ ਵੀ ਧਿਰ ਆਪਣੀ ਉਮਰ ਅਨੁਸਾਰ ਵਿਹਾਰ ਨਹੀਂ ਕਰਦੀ। ਅਕਲ ਦਾ ਕੋਈ ਲਿੰਗ ਪੁਲਿੰਗ ਨਹੀਂ ਹੁੰਦਾ। ਵਿਦਿਆਰਥੀ ਜੀਵਨ ਪੜ੍ਹਾਈ ਪ੍ਰਤੀ ਲਾਪਰਵਾਹੀ ਅਤੇ ਇਮਤਿਹਾਨਾਂ ਪ੍ਰਤੀ ਚਿੰਤਾ ਦੇ ਖੱਟੇ ਮਿੱਠੇ ਅਨੁਭਵਾਂ ਕਾਰਨ ਯਾਦ ਰਹਿੰਦਾ ਹੈ। ਹਰ ਕਿਸੇ ਦੇ ਜੀਵਨ ਵਿੱਚ ਇੱਕ ਵਕਤ ਆਉਂਦਾ ਹੈ ਜਦੋਂ ਉਹ ਸੋਹਣੇ ਲੱਗਣ ਦੇ ਸ਼ੌਂਕ ਵਿੱਚ ਆਪਣੀ ਸ਼ਕਲ ਚੰਗੀ ਤਰ੍ਹਾਂ ਵਿਗਾੜ ਲੈਂਦਾ ਹੈ। ਹਰ ਪਾਠਕ ਦੀ ਦਿਲਚਸਪੀ ਕਈ ਲੇਖਕਾਂ ਵਿੱਚ ਹੁੰਦੀ ਹੈ, ਪਰ ਸ਼ਰਧਾ ਕਿਸੇ ਇੱਕ ਲੇਖਕ ਪ੍ਰਤੀ ਹੀ ਹੁੰਦੀ ਹੈ। ਕਿਸੇ ਲਈ ਸਤਿਕਾਰ ਪ੍ਰਗਟਾਉਣ ਵਾਸਤੇ ਸਤਿਕਾਰਯੋਗ ਦ੍ਰਿਸ਼ਟੀਕੋਣ ਅਤੇ ਫਾਸਲੇ ਦਾ ਹੋਣਾ ਜ਼ਰੂਰੀ ਹੁੰਦਾ ਹੈ। ਦੁੱਖ ਇਹ ਆਸ ਨਾਲ ਸਹੇ ਜਾਂਦੇ ਹਨ ਕਿ ਇਹ ਜਲਦੀ ਮੁੱਕ ਜਾਣਗੇ। ਹਰੇਕ ਬਿਮਾਰੀ ਦਾ ਇਲਾਜ ਸਫਾਈ ਅਤੇ ਆਰਾਮ ਨਾਲ ਆਰੰਭ ਹੁੰਦਾ ਹੈ। ਸੰਤੁਸ਼ਟ ਕਲਾਕਾਰ ਅਧੂਰੇ ਅਤੇ ਅਸਫਲ ਹੀ ਰਹਿੰਦੇ ਹਨ। ਇਸਤਰੀ ਸਭ ਕੁਝ ਕਰ ਸਕਦੀ ਹੈ, ਪਰ ਆਪਣੀ ਮਰਜ਼ੀ ਵਿਰੁੱਧ ਉਹ ਕਿਸੇ ਨੂੰ ਪਿਆਰ ਨਹੀਂ ਕਰ ਸਕਦੀ। ਸਭ ਤੋਂ ਮਿੱਠੀ ਮੁਸਕਰਾਹਟ ਮਾਂ ਅਤੇ ਬੱਚੇ ਦੇ ਮਿਲਣ ਵੇਲੇ ਪ੍ਰਗਟ ਹੁੰਦੀ ਹੈ। ਬੁਢਾਪੇ ਵਿੱਚ ਬਚਪਨ ਦੀਆਂ ਯਾਦਾਂ ਜਵਾਨ ਹੋ ਜਾਂਦੀਆਂ ਹਨ। ਪ੍ਰਸ਼ੰਸਾ ਦਾ ਲੋਭ ਕਦੇ ਬੁੱਢਾ ਨਹੀਂ ਹੁੰਦਾ। ਰੰਗ ਸੱਤ ਨਹੀਂ, ਅਣਗਿਣਤ ਹਨ, ਪਰ ਸਾਡੀ ਅੱਖ 7 ਰੰਗ ਹੀ ਵੇਖ ਸਕਦੀ ਹੈ। ਮਨੁੱਖ ਜੀਵਨ ਵਿੱਚ ਸੁਰੱਖਿਅਤ ਹੁੰਦਿਆਂ ਹੀ ਆਪਣੇ ਵਿਹਾਰ ਦੇ ਭੈੜੇ ਪੱਖ ਉਜਾਗਰ ਕਰਨ ਲੱਗ ਪੈਂਦਾ ਹੈ। ਜਦੋਂ ਚਰਿੱਤਰ ਵਿਗੜਦਾ ਹੈ ਤਾਂ ਅਜਿਹੇ ਵਿਅਕਤੀ ਦਾ ਮਨੋਰੰਜਨ ਵੀ ਰੋਗੀ ਹੋ ਜਾਂਦਾ ਹੈ। ਬੇਅਸੂਲਾ ਵਿਅਕਤੀ ਭਰੋਸੇਯੋਗ ਨਹੀਂ ਹੁੰਦਾ। ਵਧੇਰੇ ਪੂਜਾ ਪਾਠ ਵਧੇਰੇ ਧਾਰਮਿਕ ਹੋਣ ਦਾ ਸਬੂਤ ਨਹੀਂ ਹੁੰਦਾ। ਵਧੇਰੇ ਨਿਕੰਮੇ ਅਤੇ ਵਧੇਰੇ ਡਰੇ ਹੋਏ ਹੋਣ ਦੀ ਨਿਸ਼ਾਨੀ ਹੁੰਦਾ ਹੈ। ਭਾਰਤੀ ਮੁੱਖ ਤੌਰ ਤੇ ਸਰੋਤੇ ਹਨ, ਪਾਠਕ ਨਹੀਂ। ਦਰਸ਼ਕ ਹਨ, ਕਰਤਾ ਨਹੀਂ। ਪੂਜਾ ਅਤੇ ਅਰਦਾਸ ਸਾਡੇ ਅੰਦਰਲੇ ਸੰਕਟਾਂ ਦੇ ਬਾਹਰਲੇ ਪ੍ਰਗਟਾਵੇ ਹੁੰਦੇ ਹਨ। ਜਿਹੜੇ ਕੱਪੜੇ ਸਾਨੂੰ ਸੁੱਖ ਦਿੰਦੇ ਹਨ, ਉਹਨਾਂ ਨੂੰ ਅਸੀਂ ਫੈਸ਼ਨ ਨਹੀਂ ਮੰਨਦੇ।
ਥੱਕੇ ਹੋਏ ਮਨੁੱਖ ਅਤੇ ਸਮਾਜ ਨਵੀਨਤਾ ਤੋਂ ਉਪਰਾਮ ਹੁੰਦੇ ਹਨ। ਜੇ ਕੋਈ ਇੱਕ ਅੰਗ ਰੋਗੀ ਹੋਵੇ ਤਾਂ ਉਹ ਅੰਗ ਹੀ ਸਰੀਰ ਦਾ ਸਾਰਾ ਧਿਆਨ ਮੰਗਦਾ ਰਹਿੰਦਾ ਹੈ। ਮਿਹਨਤ ਦਾ ਅਸਲੀ ਫਲ ਧਨ ਨਹੀਂ, ਤਜਰਬਾ ਅਤੇ ਚਰਿੱਤਰ ਹੁੰਦਾ ਹੈ। ਭ੍ਰਿਸ਼ਟ ਢੰਗਾਂ ਨਾਲ ਪ੍ਰਾਪਤ ਕੀਤੇ ਸਾਧਨ ਚੰਗੇ ਉਦੇਸ਼ਾਂ ਲਈ ਵਰਤਣੇ ਸੰਭਵ ਨਹੀਂ ਹੁੰਦੇ। ਕੰਮ ਨੂੰ ਨਿਆਂਪੂਰਨ, ਨਿਰਪੱਖ ਅਤੇ ਸੁਹਿਰਦ ਭਾਵਨਾ ਨਾਲ ਕਰਨ ਨਾਲ ਮਨੁੱਖ ਵਿੱਚ ਇਨਸਾਨੀ ਗੁਣ ਉਪਜਦੇ ਹਨ। ਕਿਸੇ ਨੂੰ ਨਫ਼ਰਤ ਕਰਦਿਆਂ ਆਪ ਜੀਵਨ ਮਾਣਨ ਦਾ ਅਹਿਸਾਸ ਨਹੀਂ ਹੁੰਦਾ। ਖੁਸ਼ ਰਹਿਣੇ ਲੋਕਾਂ ਕੋਲ ਰੁਝੇਵਿਆਂ ਦੀ ਅਮੀਰੀ ਅਤੇ ਕੰਮਾਂ ਦੀ ਰੌਣਕ ਹੁੰਦੀ ਹੈ। ਤਿੱਖੀ ਬੁੱਧੀ ਜਿਹਾ ਕੋਈ ਸ਼ਿੰਗਾਰ ਨਹੀਂ ਹੁੰਦਾ। ਪੁਰਾਤਨ ਦੇਸ਼ ਹੋਣ ਕਾਰਨ ਭਾਰਤ ਵਿੱਚ ਬਜ਼ੁਰਗਾਂ ਦਾ ਸਤਿਕਾਰ ਹੋਣ ਕਰਕੇ ਬੱਚਿਆਂ ਤੋਂ ਵੀ ਆਸ ਕੀਤੀ ਜਾਂਦੀ ਹੈ ਕਿ ਉਹ ਵੀ ਬਾਬਿਆਂ ਵਾਂਗ ਵਿਹਾਰ ਕਰਨ। ਪਿਆਰ ਦੇ ਜਜ਼ਬੇ ਤੋਂ ਬਿਨਾਂ ਸੁੰਦਰਤਾ ਵੇਖੀ ਹੀ ਨਹੀਂ ਜਾ ਸਕਦੀ। ਜਿਹੜੀਆਂ ਲੜਾਈਆਂ ਪੜ੍ਹੇ ਲਿਖੇ ਲੜਦੇ ਹਨ, ਉਹਨਾਂ ਨੂੰ ਵੇਖ ਕੇ ਅਨਪੜ੍ਹ ਬੰਦੇ ਸਤਿਕਾਰਯੋਗ ਲੱਗਣ ਲੱਗ ਪੈਂਦੇ ਹਨ। ਝੂਠ ਦਾ ਵਰਤਮਾਨ ਹੀ ਹੁੰਦਾ ਹੈ, ਭਵਿੱਖ ਨਹੀਂ ਹੁੰਦਾ। ਪਿਆਰ ਵਿੱਚ ਸਾਨੂੰ ਕੋਈ ਲੱਭ ਪੈਂਦਾ ਹੈ, ਪਰ ਅਸੀਂ ਆਪ ਗੁਆਚ ਜਾਂਦੇ ਹਾਂ। ਗਰੀਬੀ ਅਤੇ ਅਨਪੜ੍ਹਤਾ ਕਿਧਰੇ ਵੀ ਸਨਮਾਨਯੋਗ ਨਹੀਂ ਹੁੰਦੀ। ਮਨੁੱਖ ਦੇ ਜਿਸਮਾਨੀ ਕੱਦ ਨੂੰ ਖੁਰਾਕ ਅਤੇ ਪੌਣ ਪਾਣੀ ਨਿਰਧਾਰਤ ਕਰਦੇ ਹਨ, ਪਰ ਰੂਹਾਨੀ ਕੱਦ ਨੂੰ ਉਸਦੇ ਵਿਚਾਰ ਅਤੇ ਕਰਮ ਨਿਸ਼ਚਿਤ ਕਰਦੇ ਹਨ। ਅਧਿਆਪਕ ਅਮੀਰ ਨਹੀਂ ਹੁੰਦੇ, ਪਰ ਉਹਨਾਂ ਕੋਲ ਜੀਵਨ ਦੀ ਸੂਝ ਸਮਝ ਅਤੇ ਤਸੱਲੀ ਦੀ ਅਮੀਰੀ ਵਧੇਰੇ ਹੁੰਦੀ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।